ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੇਸ਼ਟ ਆਯੁਧ ਧਰਨ ਮੈਂ, ਤੁਰਕਨ ਹਰਨ ਸਮਾਜ। ਬੰਧਨ ਠਾਨੋ ਬੰਦ ਕਰ, ਹਰਿ ਗੋਬਿੰਦ ਮਹਾਰਾਜ। ਨਿਸ਼ਾਨੀ ਛੰਦ। ਰਾਮ ਕੋਇਰ ਭਾਈ, ਕਥਾ ਬਰਨੰਤ ਸੁਨਾਵੈ। ਸੁਨਹਿ ਸਿੰਘ ਚਿਤ ਚੌਂਪ, ਸੋ ਮਨ ਮੋਦ ਉਪਾਵੈ। ਤ੍ਰਿਪਤ ਨ ਹੋਏ ਚਿਤ ਰੁਚ ਬਨਹਿ, ਬੂਝਤ ਪੁਨ ਔਰੰਗ। ਸ੍ਰੀ ਹਰਿ ਗੋਬਿੰਦ ਦੀ ਕਥਾ, ਸਵਰਨ ਸਿਰ ਮੋਰੰ। ਸ੍ਰੀ ਹਰਿ ਗੋਬਿੰਦ ਦੀ ਕਥਾ, ਸਵਰਨ ਸਿਰ ਮੋਰੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਅਸੀਂ ਇਹ ਪਾਵਨ ਪਵਿੱਤਰ ਜੋ ਗ੍ਰੰਥ ਹੈ, ਜਿਸ ਦਾ ਨਾਮ ਸੋਢੀ ਚਮਤਕਾਰ ਹੈ, ਇਸ ਦੀ ਰਾਸ 8ਵੀਂ ਵਿੱਚੋਂ ਔਰ ਆਰੰਭਤਾ ਵਿੱਚੋਂ ਅਸੀਂ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਜੀਵਨ, ਇਤਿਹਾਸ, ਕੌਤਕ, ਉਹਨਾਂ ਦੀ ਸ਼ਰਨ ਵਿੱਚ ਸਿੰਘਾਂ ਦਾ ਆਉਣਾ, ਜਿਵੇਂ ਕਿ ਬਾਬਾ ਬਿਧੀ ਚੰਦ ਜੀ ਦਾ ਸ਼ਰਨ ਵਿੱਚ ਆਉਣਾ, ਹੋਰ ਅਨੇਕਾਂ ਸਿੰਘਾਂ ਦਾ ਉਹਨਾਂ ਦੀ ਸ਼ਰਨ ਵਿੱਚ ਆਉਣਾ, ਇਹ ਆਪ ਜੀ ਦੇ ਨਾਲ ਅਸੀਂ ਅੱਜ ਸਾਂਝਾ ਕਰਾਂਗੇ। ਇਹ ਕਥਾ ਭਾਈ ਰਾਮ ਕੋਇਰ ਬਾਬਾ ਗੁਰਬਖਸ਼ ਸਿੰਘ ਜੀ ਵਰਣਨ ਕਰਕੇ ਸਿੰਘਾਂ ਨੂੰ ਸੁਣਾ ਰਹੇ ਸਨ। ਸਿੰਘ ਇਸ ਨੂੰ ਸੁਣ ਕੇ ਮਨ ਵਿੱਚ ਬੜੀ ਖੁਸ਼ੀ ਮਨਾਉਂਦੇ ਹਨ। ਐਸੀ ਸੁੰਦਰ ਕਥਾ ਸੁਣ ਸੁਣ ਕੇ ਸਿੰਘਾਂ ਦੇ ਮਨ ਤ੍ਰਿਪਤ ਨਹੀਂ ਹੁੰਦੇ ਤੇ ਫਿਰ ਹੋਰ ਅੱਗੇ ਸੁਣਨ ਵਾਸਤੇ ਬੇਨਤੀਆਂ ਕਰਦੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਯੋਧਿਆਂ ਦੇ ਸ਼੍ਰੋਮਣੀ ਹਨ, ਇਹ ਉਹਨਾਂ ਦੀ ਕਥਾ ਚੱਲ ਰਹੀ ਹੈ। ਭਾਈ ਰਾਮ ਕੋਇਰ ਜੀ ਸਿੰਘਾਂ ਨੂੰ ਕਥਾ ਸੁਣਾਉਂਦੇ ਹਨ। ਭਾਈ ਸਾਹਿਬ ਸਿੰਘ ਜੀ ਲਿਖਾਰੀ ਲਿਖਦੇ ਹਨ ਕਿ ਪ੍ਰਸ਼ਾਦ ਛਕ ਕੇ ਜਦ ਗੁਰੂ ਜੀ ਆਪਣੇ ਮਹਿਲਾਂ ਵਿੱਚ ਬਿਰਾਜ ਰਹੇ ਸਨ, ਤਾਂ ਮਾਤਾ ਮਰਵਾਹੀ ਜੀ ਅਤੇ ਨਾਨਕੀ ਜੀ ਨੇ ਪੁੱਛਿਆ, ਮਹਾਰਾਜ, ਇਹ ਯੁੱਧ ਦਾ ਬਖੇੜਾ ਕਿਸ ਤਰ੍ਹਾਂ ਵੱਧ ਗਿਆ? ਪਾਤਸ਼ਾਹ ਦਾ ਏਡਾ ਵੱਡਾ ਲਸ਼ਕਰ ਤੁਹਾਡੇ ਉੱਤੇ ਕਿਉਂ ਚੜ੍ਹ ਆਇਆ? ਆਪਣੇ ਮਹਿਲਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਪਾਤਸ਼ਾਹ ਦੇ ਦੋ ਬਹੁਤ ਪਿਆਰੇ ਘੋੜੇ, ਭਾਈ ਬਿਧੀ ਚੰਦ ਇੱਕ ਵਾਰੀ ਘਾਹੀ ਬਣ ਕੇ ਅਤੇ ਦੂਜੀ ਵਾਰੀ ਨਜੂਮੀਆਂ ਬਣ ਕੇ ਲਾਹੌਰ ਦੇ ਕਿਲੇ ਦੀ ਕੰਧ ਟਪਾ ਕੇ ਲੈ ਆਇਆ ਸੀ। ਪਾਤਸ਼ਾਹ ਨੇ ਆਪਣੇ ਘੋੜੇ ਵਾਪਸ ਲੈਣ ਵਾਸਤੇ ਸਾਡੇ ਉੱਤੇ 35,000 ਜਵਾਨਾਂ ਦਾ ਲਸ਼ਕਰ ਭੇਜ ਦਿੱਤਾ। ਬੜਾ ਘਮਸਾਨ ਦਾ ਯੁੱਧ ਹੋਇਆ, ਜਿਸ ਵਿੱਚ ਤੁਰਕ ਸੈਨਾ ਸਾਰੀ ਦੀ ਸਾਰੀ ਮਾਰੀ ਗਈ। ਇਹ ਗੱਲ ਸੁਣ ਕੇ ਮਾਤਾ ਨਾਨਕੀ ਜੀ ਨੇ ਹੈਰਾਨ ਹੋ ਕੇ ਕਿਹਾ, ਤਦ ਭਾਈ ਬਿਧੀ ਚੰਦ ਬੜਾ ਭਿਆਨਕ ਚੋਰ ਹੈ, ਜਿਹੜਾ ਕਿ ਅੱਗੇ ਕਦੀ ਡਿੱਠਾ ਸੁਣਿਆ ਨਹੀਂ। ਇਹ ਪਾਤਸ਼ਾਹ ਦੇ ਹਜ਼ਾਰਾਂ ਪਹਿਰੇਦਾਰਾਂ ਦੇ ਹੁੰਦਿਆਂ ਸਾਰਿਆਂ ਨੂੰ ਛਲ ਕੇ ਘੋੜੇ ਲੈ ਆਇਆ। ਇਸ ਨੂੰ ਕੁਛ ਡਰ ਨਾ ਆਇਆ? ਗੁਰੂ ਜੀ ਨੇ ਕਿਹਾ, ਬਿਧੀ ਚੰਦ ਬਲ ਅਤੇ ਬੁੱਧੀ ਕਰਕੇ ਬਹੁਤ ਵੱਡਾ ਹੈ, ਇਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਇਸ ਨੇ ਪਹਿਲਾਂ ਵੀ ਪਰਉਪਕਾਰ ਵਾਸਤੇ ਚੋਰੀ ਕੀਤੀ ਸੀ ਅਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਆਣ ਕੇ ਸਿੱਖ ਬਣ ਗਿਆ ਸੀ ਅਰ ਚੋਰੀ ਤਿਆਗ ਦਿੱਤੀ ਸੀ। ਇਹ ਗੱਲ ਅਚਰਜ ਦੀ ਸੁਣ ਕੇ ਮਾਤਾ ਨਾਨਕੀ ਜੀ ਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ, ਇਸ ਨੂੰ ਸੱਦ ਲਵੋ। ਇਸ ਪਾਸੋਂ ਸਾਰੀ ਗੱਲ ਸੁਣੀਏ ਕਿ ਇਸ ਨੇ ਐਡਾ ਕਠਿਨ ਕੰਮ ਕਿਸ ਤਰ੍ਹਾਂ ਕੀਤਾ। ਤਦ ਗੁਰੂ ਜੀ ਨੇ ਸੇਵਾਦਾਰ ਨੂੰ ਭੇਜ ਕੇ ਭਾਈ ਬਿਧੀ ਚੰਦ ਨੂੰ ਬੁਲਾ ਲਿਆ। ਭਾਈ ਬਿਧੀ ਚੰਦ ਨੇ ਪਹਿਲਾਂ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਮੱਥਾ ਟੇਕਿਆ ਅਤੇ ਫਿਰ ਮਾਤਾ ਜੀ ਨੂੰ ਨਮਸਕਾਰ ਮੱਥਾ ਟੇਕ ਕੇ ਬੈਠ ਗਿਆ। ਗੁਰੂ ਜੀ ਨੇ ਕਿਹਾ, ਬਿਧੀ ਚੰਦ, ਤੁਹਾਡੇ ਪਾਸੋਂ ਸ੍ਰੀ ਨਾਨਕੀ ਜੀ ਅਤੇ ਮਰਵਾਹੀ ਜੀ ਇਹ ਸੁਣਨਾ ਚਾਹੁੰਦੀਆਂ ਹਨ ਕਿ ਤੁਸੀਂ ਏਡੇ ਚੋਰੀ ਆਦਿਕ ਦੇ ਕਠਿਨ ਕੰਮ ਕਿਸ ਤਰ੍ਹਾਂ ਕੀਤੇ ਸਨ। ਬਿਧੀ ਚੰਦ ਨੇ ਹੱਥ ਜੋੜ ਕੇ ਇਸ ਤਰ੍ਹਾਂ ਦੱਸਿਆ, ਪਹਿਲਾਂ ਜਵਾਨੀ ਸਮੇਂ ਚੋਰੀ ਆਦਿਕ ਦੇ ਮੈਂ ਬਹੁਤ ਕੰਮ ਕਰਦਾ ਸੀ। ਇੱਕ ਵਾਰ ਮੈਂ ਕੁਝ ਮੱਝਾਂ ਚੁਰਾ ਕੇ ਘਰ ਵੱਲ ਲਈ ਆਉਂਦਾ ਸੀ। ਪਿੱਛੋਂ ਮੱਝਾਂ ਵਾਲਿਆਂ ਨੂੰ ਖਬਰ ਹੋ ਗਈ ਤੇ ਉਹ ਬਹੁਤ ਸਾਰੇ ਆਦਮੀ ਲੈ ਕੇ ਮੇਰੇ ਪਿੱਛੇ ਆ ਗਏ। ਮੈਨੂੰ ਚੋਹਲੇ ਪਿੰਡ ਪਾਸ ਆਣ ਕੇ ਵਾਹਰ ਮਿਲ ਪਈ। ਉਸ ਵੇਲੇ ਮੱਝਾਂ ਨੂੰ ਪਾਣੀ ਦੇ ਭਰੇ ਹੋਏ ਛੱਪੜ ਵਿੱਚ ਵਾੜ ਕੇ ਮੈਂ ਆਪ ਇੱਕ ਗੁਰਸਿੱਖ ਜਿਸ ਦਾ ਨਾਮ ਬਾਬਾ ਅਦਲੀ ਸੀ, ਉਸ ਦੇ ਚਰਨਾਂ ਤੇ ਜਾ ਕੇ ਪੈ ਗਿਆ। ਉਸ ਨੂੰ ਮੈਂ ਆਪਣੀ ਚੋਰੀ ਦੀ ਗੱਲ ਸੁਣਾ ਕੇ ਬੇਨਤੀ ਕੀਤੀ ਕਿ ਆਪ ਪਰਉਪਕਾਰੀ ਸੰਤ ਹੋ, ਮੈਨੂੰ ਇਹਨਾਂ ਤੋਂ ਬਚਾ ਲਵੋ, ਉਪਰੰਤ ਆਪਣਾ ਸਿੱਖ ਕਰ ਲਵੋ। ਪਰ ਉਪਕਾਰੀ ਭਾਈ ਅਦਲੀ ਮੇਰੀ ਬੇਨਤੀ ਸੁਣ ਕੇ ਬਹੁਤ ਕਿਰਪਾਲੂ ਹੋ ਗਿਆ। ਮੈਨੂੰ ਕਿਹਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਆਪਣੇ ਹਿਰਦੇ ਵਿੱਚ ਧਿਆਨ ਕਰਕੇ ਉਹਨਾਂ ਦਾ ਸਿਮਰਨ ਕਰ, ਉਹ ਗੁਰੂ ਜੀ ਤੇਰੀ ਲਾਜ ਰੱਖਣਗੇ। ਫਿਰ ਤੂੰ ਇਹ ਚੋਰੀ ਦਾ ਕੰਮ ਛੱਡ ਕੇ ਉਹਨਾਂ ਦਾ ਸਿੱਖ ਬਣ ਜਾਵੀਂ। ਭਾਈ ਅਦਲੀ ਜੀ ਦਾ ਉਪਦੇਸ਼ ਧਾਰਨ ਕਰਕੇ ਮੈਂ ਸਤਿਗੁਰੂ ਜੀ ਨੂੰ ਆਰਾਧਨ ਲੱਗਾ। ਤਦ ਤੱਕ ਪਿੱਛੋਂ ਵਾਹਰ ਵੀ ਪਹੁੰਚ ਗਈ। ਵਾਹਰ ਨੇ ਅਦਲੀ ਨੂੰ ਕਿਹਾ ਕਿ ਸਾਡੀਆਂ ਮੱਝਾਂ ਇੱਕ ਚੋਰ ਲੈ ਕੇ ਇੱਥੇ ਆਇਆ ਹੈ। ਜੇਕਰ ਤੁਸਾਂ ਉਸ ਨੂੰ ਵੇਖਿਆ ਹੈ ਤਾਂ ਸਾਨੂੰ ਦੱਸੋ। ਭਾਈ ਅਦਲੀ ਨੇ ਕਿਹਾ ਕਿ ਕੁਝ ਮਹੀਆਂ ਇਸ ਛੱਪੜ ਵਿੱਚ ਬੈਠੀਆਂ ਹਨ। ਇਹਨਾਂ ਤੋਂ ਬਿਨਾਂ ਹੋਰ ਮੈਂ ਕੋਈ ਅੱਗੇ ਜਾਂਦੀ ਨਹੀਂ ਵੇਖੀ। ਮੱਝੀ ਦੇ ਮਾਲਕਾਂ ਨੇ ਕਿਹਾ, ਇਹ ਮੱਝਾਂ ਚੰਗੀ ਤਰ੍ਹਾਂ ਵੇਖ ਲਈਆਂ ਹਨ, ਇਹ ਸਾਡੀਆਂ ਨਹੀਂ ਹਨ। ਸਾਡੀਆਂ ਸਾਰੀਆਂ ਮਹੀਆਂ ਕਾਲੀਆਂ ਹਨ, ਪਰ ਇਹ ਤਾਂ ਬੂਰੀਆਂ ਹਨ। ਇਸ ਤਰ੍ਹਾਂ ਆਖ ਕੇ ਉਹ ਵਾਹਰ ਪਿੱਛੇ ਨੂੰ ਮੁੜ ਗਈ। ਜਦੋਂ ਵਾਹਰ ਚਲੀ ਗਈ ਤਾਂ ਮੈਂ ਭਾਈ ਅਦਲੀ ਜੀ ਨੂੰ ਕਿਹਾ, ਗੁਰੂ ਜੀ ਜ਼ਾਹਰੀ ਕਲਾ ਵੇਖੀ ਹੈ, ਉਹਨਾਂ ਦਾ ਸਿਮਰਨ ਕਰਨ ਨਾਲ ਮੇਰੀ ਸਹਾਇਤਾ ਕਰਕੇ ਉਹਨਾਂ ਨੇ ਮੈਨੂੰ ਬਚਾ ਲਿਆ ਹੈ। ਭਾਈ ਅਦਲੀ ਨੇ ਮੈਨੂੰ ਕਿਹਾ, ਹੁਣ ਤੂੰ ਚੋਰੀ ਦਾ ਕੰਮ ਛੱਡ ਕੇ ਗੁਰੂ ਜੀ ਦੇ ਚਰਨੀ ਜਾ ਪਾ, ਤੇਰੀ ਕਲਿਆਣ ਹੋ ਜਾਵੇਗੀ, ਤੇਰੇ ਵੱਡੇ ਭਾਗ ਹੋ ਜਾਣਗੇ। ਇਹ ਉਪਦੇਸ਼ ਸੁਣ ਕੇ ਮੈਂ ਛੱਪੜ ਵਿੱਚੋਂ ਮਹੀਆਂ ਕੱਢ ਕੇ ਧਰਮਸ਼ਾਲਾ ਦੇ ਗ੍ਰੰਥੀ ਨੂੰ ਦੇ ਦਿੱਤੀਆਂ ਅਤੇ ਉਸ ਨੂੰ ਬੇਨਤੀ ਕੀਤੀ ਕਿ ਇਹ ਮੱਝਾਂ ਮਾਲਕਾਂ ਦੇ ਘਰੀਂ ਪਹੁੰਚਾ ਦਿਓ। ਬਿਧੀ ਚੰਦ ਜੀ ਨੇ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ। ਬਿਧੀ ਚੰਦ ਨੇ ਕਿਹਾ, ਮਾਤਾ ਜੀ, ਇਸ ਵਾਰਤਾ ਕਰਕੇ ਮੇਰੀ ਗੁਰੂ ਜੀ ਉੱਤੇ ਅਪਾਰ ਸ਼ਰਧਾ ਹੋ ਗਈ। ਮੈਂ ਭਾਈ ਅਦਲੀ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਪਾਸ ਅੰਮ੍ਰਿਤਸਰ ਆ ਗਿਆ ਅਤੇ ਉਹਨਾਂ ਤੋਂ ਚਰਨਾਮ੍ਰਿਤ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਉਹਨਾਂ ਦਾ ਸਿੱਖ ਬਣ ਕੇ ਸੇਵਾ ਕਰਨ ਲੱਗ ਗਿਆ। ਭਾਵੇਂ ਮੈਨੂੰ ਗੁਰੂ ਜੀ ਨੇ ਇਹ ਹੁਕਮ ਕੀਤਾ ਸੀ
ਕਿ ਅੱਗੇ ਤੋਂ ਚੋਰੀ ਨਹੀਂ ਕਰਨੀ, ਪਰ ਮੈਨੂੰ ਚੋਰੀ ਕਰਨ ਦਾ ਪੱਕਾ ਸੁਭਾਅ ਹੋ ਚੁੱਕਾ ਸੀ। ਮੈਂ ਪ੍ਰਣ ਕਰ ਲਿਆ ਕਿ ਆਪਣੇ ਵਾਸਤੇ ਚੋਰੀ ਨਹੀਂ ਕਰਾਂਗਾ। ਹਾਂ, ਜੇ ਕਿਸੇ ਪਰਉਪਕਾਰ ਵਾਸਤੇ ਕਰਨੀ ਪਵੇਗੀ ਤਾਂ ਕਰਾਂਗਾ। ਇੱਕ ਵਾਰ ਗੁਰੂ ਜੀ ਤੋਂ ਆਗਿਆ ਲੈ ਕੇ ਜਦ ਮੈਂ ਆਪਣੇ ਨਾਨਕੇ ਸਰਹਾਲੀ ਗਿਆ ਹੋਇਆ ਸੀ, ਤਾਂ ਉੱਥੇ ਇੱਕ ਦਿਨ ਮੇਰੇ ਪਾਸ ਇੱਕ ਗਰੀਬ ਬ੍ਰਾਹਮਣ ਦੀ ਇਸਤਰੀ ਆਣ ਕੇ ਰੋਣ ਲੱਗ ਪਈ। ਕਹਿਣ ਲੱਗੀ, ਮੇਰੀ ਲੜਕੀ ਜਵਾਨ ਹੋ ਗਈ ਹੈ, ਉਸ ਦਾ ਵਿਆਹ ਕਰਨ ਵਾਸਤੇ ਪੈਸੇ ਪਾਸ ਨਹੀਂ ਹਨ, ਘਰ ਖਾਣ ਨੂੰ ਨਹੀਂ ਹੈ। ਰਾਤ ਦਿਨ ਇਸ ਚਿੰਤਾ ਵਿੱਚ ਹੀ ਬੜੀ ਦੁਖੀ ਹਾਂ। ਮੈਂ ਉਸ ਨੂੰ ਪੁੱਛਿਆ, ਲੜਕੀ ਦੇ ਵਿਆਹ ਵਾਸਤੇ ਤੁਹਾਨੂੰ ਕਿੰਨੇ ਕੁ ਰੁਪਏ ਚਾਹੀਦੇ ਹਨ? ਬ੍ਰਾਹਮਣੀ ਨੇ ਕਿਹਾ, ਭਾਈ ਜੀ 500 ਰੁਪਇਆ ਚਾਹੀਦਾ ਹੈ, ਇਤਨੇ ਰੁਪਏ ਨਾਲ ਕਾਰਜ ਹੋ ਜਾਏਗਾ। ਮੈਂ ਉਸ ਨੂੰ ਧੀਰਜ ਦਿੱਤੀ ਅਤੇ ਕਿਹਾ, ਚਿੰਤਾ ਨਾ ਕਰ, ਮੈਂ ਯਤਨ ਕਰਾਂਗਾ। ਕੁਝ ਦਿਨ ਉਪਰੰਤ ਮੈਂ ਸੁਣਿਆ ਕਿ ਜਹਾਂਗੀਰ ਪਾਤਸ਼ਾਹ ਦੀਆਂ ਬੇਗਮਾਂ ਦਿੱਲੀ ਤੋਂ ਲਾਹੌਰ ਨੂੰ ਜਾ ਰਹੀਆਂ ਹਨ। ਮੈਂ ਗੁਰੂ ਜੀ ਨੂੰ ਅਰਾਧ ਕੇ ਕਿਸੇ ਨਾ ਕਿਸੇ ਤਰ੍ਹਾਂ ਭੇਸ ਬਦਲ ਕੇ ਬੇਗਮਾਂ ਦੇ ਡੇਰੇ ਦੇ ਤੰਬੂ ਵਿੱਚ ਜਾ ਵੜਿਆ। ਬੇਗਮਾਂ ਦੇ ਗਹਿਣੇ ਵਾਲੇ ਸੰਦੂਕ ਦਾ ਜਿੰਦਰਾ ਤੋੜ ਕੇ ਸੰਦੂਕ ਵਿੱਚੋਂ ਜੜਾਊ ਹੀਰੇ, ਮੋਤੀਆਂ ਦੀ ਮਾਲਾ ਤੇ ਹੋਰ ਬੇਅੰਤ ਜੇਵਰ ਕੱਢ ਕੇ ਮੈਂ ਬਾਹਰ ਰੱਖਦਾ ਗਿਆ। ਫਿਰ ਇੱਕ ਥੈਲੀ ਰੁਪਇਆਂ ਦੀ ਨਿਕਲੀ, ਜਿਸ ਉੱਤੇ 500 ਰੁਪਇਆ ਲਿਖਿਆ ਹੋਇਆ ਸੀ। ਉਹ ਥੈਲੀ ਲੈ ਕੇ ਮੈਂ ਬਾਹਰ ਨਿਕਲ ਆਇਆ, ਪਰ ਬਾਕੀ ਸਭ ਜੇਵਰ ਅਮਾਨ ਉੱਥੇ ਹੀ ਰਹਿਣ ਦਿੱਤੇ। ਉਹ 500 ਰੁਪਇਆ ਮੈਂ ਪਿੰਡ ਆਣ ਕੇ ਉਸ ਗਰੀਬ ਬ੍ਰਾਹਮਣੀ ਨੂੰ ਦੇ ਦਿੱਤਾ। ਸਵੇਰੇ ਜਦ ਇਸ ਗੱਲ ਦਾ ਪਤਾ ਬਾਦਸ਼ਾਹ ਜਹਾਂਗੀਰ ਨੂੰ ਲੱਗਾ ਕਿ ਚੋਰ ਹੋਰ ਸਭ ਕੁਝ ਛੱਡ ਕੇ ਕੇਵਲ 500 ਰੁਪਇਆ ਹੀ ਲੈ ਗਿਆ ਹੈ, ਤਾਂ ਉਹ ਬੜਾ ਹੈਰਾਨ ਹੋਇਆ। ਉਸਨੇ ਇਲਾਕੇ ਦੇ ਪਿੰਡ ਦੇ ਪੈਂਚਾਂ ਨੂੰ ਸੱਦ ਕੇ ਪੁੱਛਿਆ ਕਿ ਇਹ ਕਿਸ ਚੋਰ ਦਾ ਕੰਮ ਹੈ, ਜਿਹੜਾ ਲੱਖਾਂ ਰੁਪਇਆ ਦਾ ਜੇਵਰ ਛੱਡ ਕੇ ਕੇਵਲ 500 ਰੁਪਇਆ ਹੀ ਲੈ ਗਿਆ ਹੈ। ਸਰਹਾਲੀ ਦੇ ਪੈਂਚਾਂ ਨੇ ਦੱਸਿਆ, ਬਾਦਸ਼ਾਹ ਹਜ਼ਰਤ, ਇਹ ਕੰਮ ਭਾਈ ਬਿਧੀ ਚੰਦ ਪਰਉਪਕਾਰੀ ਦਾ ਹੀ ਹੋ ਸਕਦਾ ਹੈ, ਜੋ ਆਪਣੇ ਵਾਸਤੇ ਨਹੀਂ, ਕੇਵਲ ਪਰਉਪਕਾਰ ਵਾਸਤੇ ਹੀ ਲੋੜ ਅਨੁਸਾਰ ਚੋਰੀ ਕਰਦਾ ਹੈ। ਪੈਂਚਾਂ ਦੇ ਦੱਸਣ ਕਰਕੇ ਪਾਤਸ਼ਾਹ ਨੇ ਮੈਨੂੰ ਪਕੜ ਮੰਗਵਾਇਆ। ਜਦ ਬਾਦਸ਼ਾਹ ਨੇ ਪੁੱਛਿਆ ਕਿ ਇਹ ਚੋਰੀ ਤੂੰ ਕੀਤੀ ਹੈ, ਤਾਂ ਮੈਂ ਕਿਹਾ ਕਿ ਇਹ ਚੋਰੀ ਮੈਂ ਪਰਉਪਕਾਰ ਵਾਸਤੇ ਕੀਤੀ ਹੈ। ਇੱਕ ਗਰੀਬ ਬ੍ਰਾਹਮਣੀ ਦੀ ਲੜਕੀ ਦੇ ਵਿਆਹ ਵਾਸਤੇ ਉਸ ਨੂੰ 500 ਰੁਪਏ ਦੀ ਲੋੜ ਸੀ। ਇਸ ਵਾਸਤੇ ਮੈਂ ਕੇਵਲ 500 ਹੀ ਲਿਆ ਹੈ, ਬਾਕੀ ਸਭ ਕੁਝ ਉੱਥੇ ਹੀ ਰਹਿਣ ਦਿੱਤਾ ਸੀ। ਪਾਤਸ਼ਾਹ ਨੇ ਪੁੱਛਿਆ, ਤੂੰ ਕਿਸ ਦਾ ਸਿੱਖ ਹੈ? ਮੈਂ ਦੱਸਿਆ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਦਾ ਸਿੱਖ ਹਾਂ। ਬਾਦਸ਼ਾਹ ਨੇ ਮੈਂ ਸੱਚੀ ਗੱਲ ਸੁਣ ਕੇ ਮੈਨੂੰ ਛੱਡ ਦਿੱਤਾ। ਇਸ ਤਰ੍ਹਾਂ ਮਾਤਾ ਜੀ, ਮੈਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪਰਉਪਕਾਰ ਵਾਸਤੇ ਹੀ ਪਾਤਸ਼ਾਹ ਦੀ ਚੋਰੀ ਕੀਤੀ ਸੀ।